ਟਾਈਮਸ ਆਫ ਏਸ਼ੀਆ ਦੇਖ ਰਹੇ ਸਾਰੇ ਹੀ ਵਿਊਅਰਸ ਨੂੰ ਮੇਰੇ ਵੱਲੋਂ ਜਾਣੀ ਕਿ ਦੀਪਕ ਸੰਧੂ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਅਤੇ ਆਦਾਬ। ਟਾਈਮਸ ਆਫ ਏਸ਼ੀਆ ਤੇ ਅਸੀਂ ਸਮੇਂ-ਸਮੇਂ ਤੇ ਨਵੇਂ ਐਪੀਸੋਡ ਲੈ ਕੇ ਆਉਂਦੇ ਆ। ਸ਼ਹਿਰ ਦੀਆਂ ਨਵੀਆਂ ਹਸਤੀਆਂ, ਬਹੁਤ ਸਾਰੇ ਪੋਲੀਟੀਸ਼ੀਅਨਸ ਜਿਹੜੇ ਆ ਸਾਡੇ ਸਟੂਡੀਓ ਤੇ ਆਉਂਦੇ ਆ, ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਾਉਂਦੇ ਹਾਂ। ਸੋ ਇਸੇ ਤਰ੍ਹਾਂ ਸਾਡੇ ਅੱਜ ਸਟੂਡੀਓ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਚਿਹਰਾ ਜਿਹੜਾ ਕਿ ਐਡਮਿੰਟਨ ਨੂੰ ਰਿਪਰੈਜ਼ੈਂਟ ਕਰੇਗਾ। ਟੋਰਾਂਟੋ ਦੇ ਵਿੱਚ ਮਿਸਿਸ ਕੈਨੇਡਾ ਜਿਹੜਾ ਸ਼ੋਅ ਹੋਣ ਜਾ ਰਿਹਾ ਨੇ, ਬਿਊਟੀ ਪੈਜੈਂਟ ਜਿਹੜਾ ਆ ਟੋਰਾਂਟੋ ਦੇ ਵਿੱਚ ਹੋਏਗਾ। ਸੋ ਉਸੇ ਸਿਲਸਿਲੇ ਦੇ ਵਿੱਚ ਸਾਡੇ ਕੋਲ ਅੱਜ ਜਸਵੰਤ ਕੌਰ ਜਸ ਜੀ ਜਿਹੜੇ ਸਾਡੇ ਸਟੂਡੀਓ 'ਚ ਸ਼ਾਮਲ ਨੇ, ਤੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਇਸ ਜਿਹੜੀ ਜਰਨੀ ਦੇ ਵਿੱਚ ਉਹ ਕਿਵੇਂ ਉਹ ਸ਼ਾਮਲ ਹੋਏ ਤੇ ਹੋਰ ਕਿਹੜੀਆਂ ਚੀਜ਼ਾਂ ਉਹਨਾਂ ਨੇ ਕੰਪਰੋਮਾਈਜ਼ ਕੀਤੀਆਂ। ਤੇ ਆਓ ਸਵਾਗਤ ਕਰਦੇ ਹਾਂ ਜਸਵੰਤ ਕੌਰ ਜਸ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ। ਜਸਵੰਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੀਪਕ ਜੀ, ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ ਹੇਅਰ ਐਂਡ ਥੈਂਕਸ ਫॉर all the viewers who are watching me, and thanks to Times of Asia for inviting me here. ਥੈਂਕ ਯੂ ਸੋ ਮਚ ਦੀਪਕ ਜੀ। ਥੈਂਕ ਯੂ। ਸੋ ਜਸ ਜੀ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਵੇਂ ਦੱਸਿਆ ਕਿ ਅਸੀਂ ਟੋਰਾਂਟੋ ਦੇ ਵਿੱਚ ਜਿਹੜਾ 16th ਆਫ ਜੁਲਾਈ ਨੂੰ ਜਿਹੜਾ ਬਿਊਟੀ ਪੈਜੈਂਟ ਜਿਹੜਾ ਹੋ ਰਿਹਾ ਹੈ, ਉਸ ਵਿੱਚ ਮਿਸਿਸ ਕੈਨੇਡਾ ਜਿਹੜਾ ਇੱਕ ਨੈਸ਼ਨਲ ਵਾਈਡ ਪੈਜੈਂਟ ਹੈ ਜਿਹੜਾ ਕਿ ਪਹਿਲਾਂ ਨਹੀਂ ਹੋਇਆ। ਸੋ ਮਿਸਿਸ ਕੈਨੇਡਾ ਜਿਹੜਾ ਆ ਉਹ ਪੈਜੈਂਟ 16th ਆਫ ਜੁਲਾਈ ਟੋਰਾਂਟੋ ਦੇ ਵਿੱਚ ਹੋਏਗਾ। ਸੋ ਉਸ ਦੇ ਵਿੱਚ ਜਸ ਜੀ ਜਿਹੜੇ ਰਿਪਰੈਜ਼ੈਂਟ ਕਰ ਰਹੇ ਨੇ ਐਡਮਿੰਟਨ ਨੂੰ ਐਜ਼ ਏ ਮਿਸਿਸ ਜਿਹੜਾ ਆ। ਸੋ ਸਭ ਤੋਂ ਪਹਿਲਾਂ ਮੈਂ ਜਸ ਜੀ ਤੋਂ ਜਾਣਕਾਰੀ ਲਵਾਂਗਾ ਕਿ ਜਸ ਜੀ ਕਿਵੇਂ ਤੁਹਾਡਾ ਇਸ ਜਿਹੜਾ ਇਸ ਦੇ ਵਿੱਚ ਤੁਹਾਡਾ ਰੁਝਾਨ ਆਇਆ। ਸੋ ਦੀਪਕ ਜੀ, ਸ਼ੁਰੂ ਤੋਂ ਮੈਨੂੰ ਬਹੁਤ ਜ਼ਿਆਦਾ ਹੁੰਦਾ ਸੀ ਕਿ ਆਈ ਸ਼ੁਡ ਪਾਰਟਿਸਿਪੇਟ ਇਨ ਦੈਟ, ਬਟ ਥੋੜਾ ਜਿਹਾ ਕਹਿ ਲਓ ਫੈਮਿਲੀ ਰੀਜ਼ਨਸ ਕਰਕੇ ਜਾਂ ਬੱਚਿਆਂ ਕਰਕੇ ਥੋੜਾ ਬਿਜ਼ੀ ਹੋ ਗਏ। ਬਟ ਹੁਣ ਮੈਨੂੰ ਲੱਗਿਆ ਸੀ ਕਿ ਨਾਓ ਆਈ ਹੈਵ ਅ ਓਪਰਚੁਨਿਟੀ ਬਿਕਾਜ਼ ਮਾਈ ਫੈਮਿਲੀ, ਮਾਈ ਹਸਬੈਂਡ, ਐਵਰੀਵਨ ਇਜ਼ ਸੋ ਸਪੋਰਟਿਵ। ਮੈਨੂੰ ਲੱਗਦਾ ਸੀ ਕਿ ਨਾਓ ਦਿਸ ਇਜ਼ ਅ ਟਾਈਮ ਦੈਟ ਆਈ ਸ਼ੁਡ ਡੂ ਦੈਟ। So I just saw an ad on Instagram and I was like, okay, let's just register that, and I did that for I did the audio interview and everything, which is I got an email that I'm selected, and which is like a big thing for me that I'm a finalist of Mrs. Canada 2023. ਬਿਲਕੁਲ ਜੀ, ਬਹੁਤ ਸਾਰੀ ਕਰਜ ਚਾਹੀਦੀ ਹੈ ਇਸ ਲੈਵਲ ਤੇ ਆਪਣੇ ਆਪ ਨੂੰ ਤੁਸੀਂ ਰਿਪਰੈਜ਼ੈਂਟ ਕਰਨਾ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਜਸ ਜੀ ਨੇ, ਸ਼ੀ ਇਜ਼ ਅ ਵੈਰੀ ਸਕਸੈਸਫੁਲ ਜਿਹੜੇ ਬਿਜ਼ਨਸ ਵੂਮਨ ਵੀ ਹੈਗੇ, ਐਂਟਰਪ੍ਰੀਨਰ ਵੀ ਹੈਗੇ ਆ, ਔਰ ਨਾਲ ਦੇ ਨਾਲ ਰਜਿਸਟਰਡ ਜਿਹੜੇ ਆ ਉਹ ਮਸਾਜ ਥੈਰੇਪਿਸਟ ਵੀ ਹੈਗੇ ਆ, ਔਰ ਨਾਲ ਦੇ ਨਾਲ ਸਕਸੈਸਫੁਲ ਜਿਹੜੇ ਆ ਮਦਰ ਐਂਡ ਵਾਈਫ ਵੀ ਹੈਗੇ ਨੇ। ਇਹਨਾਂ ਸਾਰੀਆਂ ਚੀਜ਼ਾਂ ਚੋਂ ਨਿਕਲ ਕੇ ਇਸ ਲੈਵਲ ਤੱਕ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਇਟਸ ਬਹੁਤ ਹੀ ਟਫ ਹੈਗਾ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨਾਲ ਤੁਸੀਂ ਕੰਪਰੋਮਾਈਜ਼ ਕਰਦੇ ਹੋ, ਸਪੈਸ਼ਲੀ ਜਦੋਂ ਤੁਸੀਂ ਇੱਕ ਫੈਮਿਲੀ ਦੇ ਵਿੱਚ ਰਹਿੰਦੇ ਹੋ। ਤੇ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਮੈਮ ਵੀ ਕਿਵੇਂ ਤੁਸੀਂ ਸਾਰਾ ਇਹ ਸੈਟਲ ਕਰਦੇ ਹੋ। Yeah, so basically I'm a registered massage therapist. Besides that I have a salon at home ਜਿਹੜਾ ਕਿ ਮੈਂ 2018 ਤੋਂ ਰਨ ਕਰ ਰਹੀ ਹਾਂ। ਬਟ ਕਹਿ ਲਓ ਕਿ ਇੱਕ ਫੈਮਿਲੀ ਦੀ ਸਪੋਰਟ ਦੇ ਨਾਲ ਜਾਂ ਹਸਬੈਂਡ ਦੀ ਸਪੋਰਟ ਦੇ ਨਾਲ, ਬਾਕੀ ਜੋ ਮੇਰੇ ਨਾਲ ਹੋਰ ਮੇਰਾ ਸਰਕਲ ਆ, ਮਾਈ ਫਰੈਂਡਸ, ਐਵਰੀਵਨ ਇਜ਼ ਸੋ ਸਪੋਰਟਿਵ ਕਿ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਇਹ ਮੈਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਫਰੋਮ ਐਡਮਿੰਟਨ, ਫਰੋਮ ਐਲਬਰਟਾ। ਔਰ ਦੂਸਰੀ ਚੀਜ਼ ਇਹ ਹੈ ਕਿ ਮੈਨੂੰ ਲੱਗਦਾ ਫੈਮਿਲੀ ਤੁਹਾਡੇ ਲਈ ਇੱਥੇ ਬਹੁਤ ਜ਼ਰੂਰੀ ਆ, ਸਪੈਸ਼ਲੀ ਜਦੋਂ ਤੁਸੀਂ ਵਰਕਿੰਗ ਹੋ, ਤੁਹਾਨੂੰ ਪਿੱਛੇ ਕੋਈ ਹੈਲਪ ਚਾਹੀਦੀ ਆ। ਦੇਰ ਆਰ ਸੋ ਮੈਨੀ ਅਦਰ ਥਿੰਗਸ ਜਿਨ੍ਹਾਂ ਕੋਲ ਫੈਮਿਲੀ ਦੀ ਸਪੋਰਟ ਨਹੀਂ ਹੈਗੀ, ਬਟ ਮੈਨੂੰ ਲੱਗਦਾ ਕਿ ਬੱਚਿਆਂ ਲਈ ਕੋਈ ਨਾ ਕੋਈ ਘਰੇ ਜ਼ਰੂਰ ਹੋਣਾ ਚਾਹੀਦਾ, ਉਹਨਾਂ ਦੀ ਟੇਕ ਕੇਅਰ ਲਈ ਕੋਈ ਹੋਣਾ ਚਾਹੀਦਾ, ਜਿਹੜੀ ਕਿ ਮੈਨੂੰ ਆਈ ਐਮ ਬਲੈਸਡ, ਆਈ ਹੈਵ ਅ ਬਿਗ ਸਪੋਰਟ, ਜਿਹਦੇ ਕਰਕੇ ਮੈਨੂੰ ਅੱਜ ਇਹ ਚਾਂਸ ਮਿਲਿਆ ਕਿ ਮੈਂ ਇਹਦੇ 'ਚ ਪਾਰਟਿਸਿਪੇਟ ਕਰਾਂ ਤੇ ਕਿ ਮੈਂ ਇੰਨੇ ਅੱਗੇ ਤੱਕ ਜਾਵਾਂ। ਬਿਲਕੁਲ ਜੀ। ਸੋ ਇੱਕ ਚੀਜ਼ ਹੋਰ ਮੈਂ ਆਪਣੇ ਵਿਊਅਰਸ ਨੂੰ ਦੱਸਣਾ ਚਾਹਾਂਗਾ, ਜਸ ਜੀ ਜਿਹੜੇ ਨੇ ਉਹ ਕਾਫੀ ਸਾਲ ਇਹਨਾਂ ਨੇ ਐਜ਼ ਅ ਪਰਸਨਲ ਟ੍ਰੇਨਿੰਗ ਜਿਹੜੀਆਂ ਆਪਣੀਆਂ ਸੇਵਾਵਾਂ ਆ ਉਹ ਗੁੱਡ ਲਾਈਫ ਫਿਟਨੈਸ 'ਚ ਵੀ ਦਿੱਤੀਆਂ ਨੇ। ਤੇ ਮੈਮ ਕਿੱਦਾਂ ਇਹ ਸਾਰਾ ਕੁਝ ਕਰ ਪਾਉਂਦੇ ਹੋ? ਮਤਲਬ ਇਟਸ ਬਿਗ ਥਿੰਗ, ਤੁਸੀਂ ਫੈਮਿਲੀ ਦੇ ਵਿੱਚ ਵੀ ਘਰ ਦਾ ਰੋਟੀ ਸਾਰਾ ਕੁਝ ਕਰਦੇ ਹੋਏ, ਕੰਮ ਕਰਦੇ ਹੋਏ ਵੀ ਆਪਣੇ ਆਪ ਨੂੰ ਇੰਨਾ ਮੇਨਟੇਨ ਰੱਖਣਾ ਔਰ ਇੱਕ ਐਸੇ ਐਡੇ ਵੱਡੇ ਲੈਵਲ ਤੇ ਲੈ ਕੇ ਜਾਣਾ, ਕਿਵੇਂ ਸਾਰਾ ਇਹ ਕਰ ਪਾਉਂਦੇ ਹੋ? ਥੈਂਕ ਯੂ ਦੀਪਕ ਜੀ, ਥੈਂਕ ਯੂ। ਬਟ ਮੈਂ ਬੈਕ ਹੋਮ, ਮੈਨੂੰ ਇੰਡੀਆ ਤੋਂ ਮੈਂ ਫਿਜ਼ੀਓਥੈਰੇਪੀ ਕੀਤੀ ਸੀ, ਆਈ ਵਾਸ ਫਿਜ਼ੀਓਥੈਰੇਪਿਸਟ ਬੈਕ ਹੋਮ, ਬਟ ਡਿਊ ਟੂ ਸਮ ਰੀਜ਼ਨਸ ਜਦੋਂ ਇੱਥੇ ਆਏ, ਉੱਥੇ ਮੈਂ ਜੌਬ ਵੀ ਕਰਦੀ ਸੀ, ਫਿਰ ਇੱਥੇ ਆ ਕੇ ਥੋੜਾ ਆਪਣੇ ਆਪ ਨੂੰ ਚੇਂਜ ਲੱਗਿਆ ਕਿ ਮੇਰੇ ਤੋਂ ਸ਼ਾਇਦ ਨਹੀਂ ਹੋ ਪਾ ਰਿਹਾ ਜਾਂ ਮੈਂ ਨਹੀਂ ਕਰੂੰਗੀ, ਇਕੱਲੇ ਸੀ ਕਹਿ ਲਓ। ਬਟ ਦੈਨ ਫਿਰ ਮੈਨੂੰ ਲੱਗਿਆ ਕਿ ਆਈ ਸ਼ੁਡ ਡੂ ਸਮਥਿੰਗ ਇਨ ਮਾਈ ਪ੍ਰੋਫੈਸ਼ਨ, ਵਿਚ ਆਈ ਸਟਾਰਟਡ ਲਾਈਕ ਗੈਟਿੰਗ ਅ ਪਰਸਨਲ ਟ੍ਰੇਨਰ ਕੋਰਸ। ਤੋਂ ਜਦੋਂ ਮੈਂ ਪਰਸਨਲ ਟ੍ਰੇਨਿੰਗ ਦਾ ਕੋਰਸ ਕੀਤਾ, that was not a big course, it's like a short term course। ਉਹਦੇ ਨਾਲ ਫਿਰ ਮੈਨੂੰ ਗੁੱਡ ਲਾਈਫ ਜੌਬ ਮਿਲੀ, 3 ਸਾਲ ਮੈਂ ਜੌਬ ਕੀਤੀ। ਆਈ ਲਾਈਕ ਗੈਟ so much support and love from people over there। ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਥੋੜਾ ਜਿਹਾ
कह लो भी दोबारा फिर बच्चों के नाल बिजी हो गई। माई डॉटर शी इज़ 14 मंथ्स नाउ, वो 14 मंथ्स कह लो या ਜਿਹੜੇ 2 ਸਾਲ ਸੀਗੇ, ਮੈਨੂੰ ਲੱਗਿਆ ਕਿ ਮੇਰੇ ਤੋਂ ਸ਼ਾਇਦ ਉਹ ਜੌਬ ਨਹੀਂ ਪਰਸਿਊ ਹੋ ਰਹੀ ਬਿਕਾਜ਼ ਆਫ ਕਿ ਫੈਮਿਲੀ ਦੀ ਟੇਕ ਕੇਅਰ ਦੇ ਨਾਲ, ਬਟ ਫਿਰ ਮੈਨੂੰ ਲੱਗਿਆ ਕਿ ਮੈਂ ਕੁਝ ਹੋਰ ਕਰਾਂ। then I started my massage therapy course from Macami, ਜਿਹੜਾ ਕਿ ਹੁਣ ਮੈਂ just recently finish ਕੀਤਾ। now I'm a registered massage therapist, but besides that ਮੇਰਾ salon ਜਿਹੜਾ ਉਹ always ਨਾਲ ਚੱਲਦਾ ਆ ਰਿਹਾ। yeah। ਜਸ ਜੀ ਇੰਨਾ ਫੋਕਸਡ ਹੋ ਤੁਸੀਂ ਆਪਣੀ ਪਰਸਨਲ ਟ੍ਰੇਨਿੰਗ ਨੂੰ ਲੈ ਕੇ, ਰਾਈਟ, ਆਪਣੀ ਹੈਲਥ ਨੂੰ ਲੈ ਕੇ, ਔਰ ਆਈ ਕੈਨ ਸੀ ਦੈਟ ਤੁਸੀਂ ਫਿਲਮਾਂ 'ਚ ਵੀ ਜਾ ਸਕਦੇ ਸੀਗੇ, ਰਾਈਟ, ਇੰਨਾ ਸੋਹਣਾ ਚਿਹਰਾ ਜਿਹੜਾ ਫਿਲਮਾਂ 'ਚ ਵੀ ਆ ਸਕਦਾ ਸੀਗਾ, ਪਰ ਤੁਸੀਂ ਬਿਊਟੀ ਪੈਜੈਂਟ ਦੇ ਵਿੱਚ ਹੀ ਕਿਉਂ ਆਪਣੇ ਆਪ ਨੂੰ ਮਤਲਬ ਚੁਣਿਆ? ਮੈਨੂੰ ਸ਼ੁਰੂ ਤੋਂ ਥੋੜਾ ਜਿਹਾ ਕਹਿ ਲਓ ਵੀ ਚਾਹੇ ਲੋਕਾਂ ਦੇ ਕੰਪਲੀਮੈਂਟਸ ਕਹਿ ਲਓ ਜਾਂ ਲੋਕਾਂ ਦਾ ਪਿਆਰ ਕਹਿ ਲਓ ਮੈਨੂੰ ਮਿਲਦਾ ਸੀ, ਪਰ ਮੈਨੂੰ ਇਦਾਂ ਸੀ ਕਿ ਥੋੜਾ ਜਿਹਾ ਕੁਛ ਨਾ ਕੁਛ ਇਸ ਚੀਜ਼ ਦੇ ਵਿੱਚ ਸਟਾਰਟ ਕਰਾਂ। and I think there is always a better tomorrow, so ਮੈਨੂੰ ਲੱਗਿਆ ਕਿ ਮੈਨੂੰ ਕਰਨਾ ਚਾਹੀਦਾ ਹੈ ਬਿਊਟੀ ਪੈਜੈਂਟਸ and maybe I can start from here। ਬਿਲਕੁਲ ਜੀ। ਦੂਸਰੇ ਪਾਸੇ ਅਸੀਂ ਜਸ ਜੀ ਨਾਲ ਗੱਲ ਕਰ ਰਹੇ ਸੀਗੇ, ਇਹਨਾਂ ਨੇ ਦੱਸਿਆ ਸੀਗਾ ਕਿ ਡਿਊਰਿੰਗ ਦਿਸ ਜਿਹੜਾ ਬਿਊਟੀ ਪੈਜੈਂਟ ਦਾ ਡਿਊਰੇਸ਼ਨ ਹੈਗਾ ਉਹਦੇ ਵਿੱਚ ਇਹਨਾਂ ਨੇ ਇੱਕ ਕਾਜ਼ ਚੁਣਿਆ ਸੀਗਾ ਜਿਹੜਾ ਕਿ ਮੈਂਟਲ ਹੈਲਥ ਨੂੰ ਲੈ ਕੇ, ਜਿਹੜੀ ਡੋਮੈਸਟਿਕ ਵਾਇਲੈਂਸ ਨੂੰ ਲੈ ਕੇ ਇਹਨਾਂ ਨੇ ਆਪਣਾ ਕਾਜ਼ ਚੁਣਿਆ ਸੀਗਾ, ਵਿਚ ਇਜ਼ ਵੈਰੀ ਗੁੱਡ ਕਾਜ਼। ਤੇ ਉਸ ਬਾਰੇ ਮੈਮ ਕੀ ਕਹਿਣਾ ਚਾਹੋਗੇ? Domestic violence is a big thing in our community these days, so apart from beauty pageants, apart from all these ਜਿਹੜੀਆਂ ਆਪਾਂ household routines ਕਰਦੇ ਹਾਂ, I think I am 100% against domestic violence. I think it should not be acceptable। ਸਾਨੂੰ ਸਾਰਿਆਂ ਨੂੰ ਰਲ ਕੇ ਐਜ਼ ਅ ਕਮਿਊਨਿਟੀ ਵੀ ਹੈਵ ਟੂ ਸਟਾਪ ਦਿਸ। ਉਹ ਚਾਹੇ ਕਹਿ ਲਓ ਇੱਕ ਆਈ ਥਿੰਕ ਮੇਬੀ ਮੈਨੂੰ ਲੱਗਦਾ ਕਿ ਇਹ ਮੇਰਾ ਇੱਕ ਜਰੀਆ ਬਣ ਰਿਹਾ ਇਸ ਚੀਜ਼ ਦਾ ਕਿ ਮੈਂ ਇਹਨੂੰ ਅੱਗੇ ਪਰਸਿਊ ਕਰਾਂ, ਬਿਕਾਜ਼ ਔਰ ਸਭ ਤੋਂ ਜਿਹੜੀ ਵੱਡੀ ਚੀਜ਼ ਆ, ਆਈ ਐਮ ਅ ਸਾਊਥ ਏਸ਼ੀਅਨ, ਸੋ ਇੰਡੀਅਨ ਹੋ ਕੇ ਆਪਣੀ ਇੰਡੀਅਨ ਕਮਿਊਨਿਟੀ ਨੂੰ ਨੰਬਰ 1 ਇਜ਼ ਇੰਡੀਅਨ ਕਮਿਊਨਿਟੀ ਇਨ ਡੋਮੈਸਟਿਕ ਵਾਇਲੈਂਸ ਐਂਡ ਅਲਬਰਟਾ ਇਜ਼ ਨੰਬਰ 1 ਔਨ ਟਾਪ ਆਫ ਦੈਟ। ਸੋ ਉਹ ਸਾਡੇ ਲਈ ਇੱਕ ਬਹੁਤ ਜ਼ਿਆਦਾ ਸ਼ੇਮ ਆ, ਰਾਈਟ, ਇੱਕ ਬਹੁਤ ਜ਼ਿਆਦਾ ਸ਼ੇਮਫੁਲ ਥਿੰਗ ਆ। ਸੋ ਮੈਨੂੰ ਲੱਗਦਾ ਸਾਨੂੰ ਇਹਦੇ ਤੇ ਥੋੜਾ ਜਿਹਾ ਵਰਕ ਕਰਨਾ ਚਾਹੀਦਾ ਐਂਡ ਆਈ ਰੀਅਲੀ ਵਾਂਟ ਕਿ ਇਹ ਚੀਜ਼ ਸਟਾਪ ਹੋਣੀ ਚਾਹੀਦੀ ਆ। ਬਿਲਕੁਲ ਜੀ। ਜਿਵੇਂ ਜਸ ਜੀ ਨੇ ਦੱਸਿਆ ਕਿ ਜਿਹੜਾ ਡੋਮੈਸਟਿਕ ਵਾਇਲੈਂਸ ਹੈ ਇਟ ਇਜ਼ ਵਨ ਆਫ ਦਾ ਬਿਗੇਸਟ ਥਿੰਗ ਇਨ ਅਲਬਰਟਾ ਐਂਡ ਜਿਹੜੀ ਘਰੇਲੂ ਵਾਇਲੈਂਸ ਹੈਗੀ ਆ ਉਹ ਦਿਨੋਂ ਦਿਨ ਜਿਹੜੀ ਵੱਧਦੀ ਜਾ ਰਹੀ ਆ। ਅਸੀਂ ਅਕਸਰ ਦੇਖਦੇ ਹਾਂ ਕਿ ਘਰੇਲੂ ਵਾਇਲੈਂਸ ਨੂੰ ਲੈ ਕੇ ਜਿਹੜੀ ਘਰਾਂ ਦੇ ਵਿੱਚ ਜਿਹੜਾ ਦਿਨ ਦਾ ਕਲੇਸ਼ ਹੈ ਬਹੁਤ ਜ਼ਿਆਦਾ ਅੱਜ ਕੱਲ੍ਹ ਜਿਹੜਾ ਉਹ ਵੱਧ ਰਿਹਾ ਹੈ। ਉਹ ਉਸੇ ਹੀ ਵਾਇਲੈਂਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਗਲਤ ਸਟੈਪ ਜਿਹੜੇ ਆ ਉਹ ਈਦਰ ਵਾਈਫ ਵੱਲੋਂ ਜਾਂ ਹਸਬੈਂਡ ਵੱਲੋਂ ਵੀ ਲਿੱਤੇ ਜਾ ਰਹੇ ਨੇ, ਔਰ ਜਿਹਨਾਂ ਕਰਕੇ ਪੂਰਾ ਪਰਿਵਾਰ ਕਿਤੇ ਨਾ ਕਿਤੇ ਇੱਕ ਟਾਈਮ ਤੇ ਆ ਕੇ ਬਿਖਰ ਜਾਂਦਾ ਹੈ। ਤੇ ਜਸ ਜੀ ਕੀ ਕਹਿਣਾ ਚਾਹੋਗੇ, ਕੀ ਤੁਹਾਡਾ ਸਜੈਸ਼ਨਸ ਹੋਏਗਾ ਇਸ ਘਰੇਲੂ ਵਾਇਲੈਂਸ ਨੂੰ ਲੈ ਕੇ? honestly ਦੀਪਕ ਜੀ ਮੈਨੂੰ ਐਵੇਂ ਲੱਗਦਾ ਇਹ ਜਿਹੜਾ ਘਰੇਲੂ ਹਿੰਸਾ ਇਟਸ ਨਾਟ ਓਨਲੀ ਕਿ ਆਪਾਂ ਕੱਲੀਆਂ women ਨੂੰ ਸਪੋਰਟ ਕਰ ਰਹੇ ਹਾਂ। ਯੂਜੂਅਲੀ ਆਈ ਹੈਵ ਸੀਨ that to stop domestic violence against women, stop domestic abuse against women, ਮੈਨੂੰ ਐਵੇਂ ਲੱਗਦਾ ਕਿ ਬਹੁਤ ਸਾਰੇ men ਵੀ ਆ ਜਿਹੜੇ ਇਸ ਚੀਜ਼ ਨੂੰ ਫੇਸ ਕਰਦੇ ਆ। ਸੋ ਇਟਸ ਨਾਟ ਓਨਲੀ ਫॉर women, ਇਟਸ ਫਰਮ both sides, ਚਾਹੇ ਉਹ women ਵੱਲੋਂ ਆ ਚਾਹੇ men ਵੱਲੋਂ, ਬਟ ਉਹ ਚ ਸਫਰ ਕੌਣ ਕਰ ਰਿਹਾ? ਬੱਚੇ, ਫੈਮਲੀਜ਼, ਹੋਰ ਕਿੰਨੇ ਜਣੇ ਜਿਹੜੇ ਸਾਡੇ ਨਾਲ ਅਟੈਚਡ ਹੁੰਦੇ ਆ ਉਹ ਸਾਰੇ ਲੋਕੀ ਇਸ ਚੀਜ਼ ਤੋਂ ਸਫਰ ਕਰਦੇ ਆ। ਸੋ ਮੈਨੂੰ ਐਵੇਂ ਲੱਗਦਾ ਕਿ ਇਹਨੂੰ ਸਟਾਪ ਕਰਨ ਲਈ ਮੇਬੀ ਦੇ ਨੀਡ ਸਮ ਕਾਉਂਸਲਿੰਗਸ, ਰਾਈਟ, ਸਾਨੂੰ ਕੋਈ ਇਦਾਂ ਦੀਆਂ ਆਰਗੇਨਾਈਜੇਸ਼ਨਸ ਬਣਾਉਣੀਆਂ ਚਾਹੀਦੀਆਂ ਨੇ ਕਿ in case ਜੇ ਤਾਂ ਸਾਡੀ ਗੱਲ ਬਹੁਤ ਐਕਸਟ੍ਰੀਮ ਤੱਕ ਪਹੁੰਚਦੀ ਆ then people can go to those shelters, we can give them help for like food, ਜਾਂ ਉਹਨਾਂ ਨੂੰ ਕਿਸੇ ਹੋਰ ਨੀਡ ਚਾਹੀਦੀ ਆ, ਕਿਤੇ ਜੌਬਸ ਚਾਹੀਦੀਆਂ ਨੇ, ਉਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਤੋਂ ਡਿਸਟਰੈਕਟ ਕੀਤਾ ਜਾਵੇ। ਔਰ ਜਾਂ ਸਾਨੂੰ ਇਹ ਲੱਗਦਾ ਕਿ ਇਟਸ ਨਾਟ ਓਨਲੀ ਕਿ ਇਕੱਲੀਆਂ ਅਸੀਂ ਇਹੀ ਹੈਲਪ ਕਰ ਸਕਦੇ, ਮੈਨੂੰ ਲੱਗਦਾ ਇਹਨੂੰ ਬਚਾਉਣ ਲਈ ਸਾਨੂੰ ਕਾਉਂਸਲਿੰਗਸ ਕਰਨੀਆਂ ਚਾਹੀਦੀਆਂ ਨੇ। ਇਟਸ ਫॉर both husband and wife ਕਿ ਜੇ ਉਹਨਾਂ ਦੋਨਾਂ ਦੀ ਕਾਉਂਸਲਿੰਗ ਕੀਤੀ ਜਾਵੇ probably they can make a good relationship, ਰਾਈਟ, ਹੋ ਸਕਦਾ ਹੈ ਸਟਾਪ ਹੋ ਜਾਵੇ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਸਮਟਾਈਮਸ ਜਿਹੜਾ ਡੋਮੈਸਟਿਕ ਵਾਇਲੈਂਸ ਆ ਉਹ ਅਸੀਂ ਕਿਸੇ ਘਰੇਲੂ ਲੜਾਈ ਕਰਕੇ ਕਰ ਰਹੇ ਹਾਂ। ਸਮਟਾਈਮਸ ਅਸੀਂ ਇੰਨੇ ਜ਼ਿਆਦਾ, ਕਿਉਂਕਿ ਕੈਨੇਡਾ ਲਾਈਫ ਇਜ਼ ਸੋ ਬਿਜ਼ੀ, ਸੋ ਫਰਸਟ੍ਰੇਟਿੰਗ ਕਿ ਕੋਵਿਡ ਤੋਂ ਬਾਅਦ ਥੋੜਾ ਜ਼ਿਆਦਾ ਹੋ ਗਿਆ। ਹੋ ਸਕਦਾ ਕਿ ਸਾਡੇ ਹੋਰ ਜਿਹੜੇ ਸਟ੍ਰੈਸ ਨੇ ਉਹ ਸਾਡੇ ਤੇ ਇੰਨਾ ਜ਼ਿਆਦਾ ਪੁੱਟ ਔਨ ਕਰਦੇ ਆ ਕਿ ਅਸੀਂ ਉਸ ਚੀਜ਼ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਸਟ੍ਰੈਸਫੁਲ ਹੋ ਕੇ ਉਹ ਕਿਸੇ ਹੋਰ ਪਾਸੇ ਨਹੀਂ ਨਿਕਲਦਾ, ਮੇਬੀ ਸ਼ਾਇਦ ਅਸੀਂ ਘਰ ਤੇ ਕੱਢ ਲੈਂਦੇ ਹਾਂ। ਬਿਲਕੁਲ ਰਾਈਟ, ਦੈਟਸ ਦ ਰੀਜ਼ਨ। ਬਿਲਕੁਲ ਜੀ, ਬਿਲਕੁਲ ਸਹੀ ਕਿਹਾ ਜਸ ਜੀ ਨੇ ਕਿ ਇਹ ਜਿਹੜਾ ਘਰੇਲੂ ਵਾਇਲੈਂਸ ਹੈ ਸਿਰਫ ਲੇਡੀਜ਼ ਨੂੰ ਲੈ ਕੇ ਨਹੀਂ, ਮੈਨਸ ਜਿਹੜੇ ਆ ਉਹ ਵੀ ਬਹੁਤ ਇਸ ਦਾ ਸ਼ਿਕਾਰ ਹੁੰਦੇ ਨੇ। ਤੇ ਦੂਜੇ ਪਾਸੇ ਗੱਲ ਕਰਾਂਗੇ ਮੈਮ, ਡਿਊਰਿੰਗ ਇਹ ਜਿਹੜਾ ਪੈਜੈਂਟ ਹੈ ਘਰੇਲੂ ਵਾਇਲੈਂਸ ਤੁਹਾਡਾ ਬਹੁਤ ਅੱਛਾ ਟੌਪਿਕ ਹੈ ਜਿਹੜਾ, ਤੇ ਕੀ ਤੁਹਾਡਾ ਫੋਕਸ ਰਹੇਗਾ ਡਿਊਰਿੰਗ ਇਸ ਪੈਜੈਂਟ ਨੂੰ ਲੈ ਕੇ? ਤੁਹਾਡੀਆਂ ਸਪੀਚਿਸ ਵੀ ਹੋਣਗੀਆਂ ਇਸ ਦੇ ਉੱਪਰ? ਬਿਲਕੁਲ ਹੋਣਗੀਆਂ ਜੀ, ਬਟ ਮੇਨ ਜਿਹੜਾ ਮੇਰਾ ਕੋਰਸ ਸੀ ਉਹ ਮੈਂ ਇਸ ਕਰਕੇ ਚੂਜ਼ ਕੀਤਾ ਕਿ
ਹੋ ਸਕਦਾ ਮੈਂ ਇਸ ਟੈਗ ਨੂੰ ਯੂਜ਼ ਕਰਦੇ ਕਿ that I'm a finalist in Mrs. Canada. Hopefully I'll bring the crown to Edmonton, Alberta, but even using this tag I can help some charities, I can help some NGOs, or we can together make a NGO or an organization ਜਿਹਦੇ ਨਾਲ ਅਸੀਂ ਕੱਲ ਨੂੰ ਥੋੜੀ ਕੋਈ ਹੈਲਪ ਕਰ ਸਕਦਾ ਸਾਡੀ ਫੰਡ ਰੇਜ਼ਿੰਗ ਦੇ ਵਿੱਚ, that's like best, but still ਅਸੀਂ ਥੋੜੀ ਫੰਡ ਰੇਜ਼ਿੰਗ ਚੈਰਿਟੀਜ਼ ਕਰਕੇ ਜਾਂ ਕੋਈ ਵੀ ਇਦਾਂ ਦੇ ਡੋਨੇਸ਼ਨਸ ਇਕੱਠੇ ਕਰਕੇ ਅਸੀਂ ਇਸ ਚੀਜ਼ ਨੂੰ ਹੈਲਪ ਕਰੀਏ ਤਾਂ ਜੋ ਕਿ ਅਸੀਂ ਮੇਬੀ ਸ਼ਾਇਦ ਮਹੀਨੇ ਦੇ ਵਿੱਚ ਇੱਕ ਜਾਂ ਦੋ ਫੈਮਲੀਜ਼ ਨੂੰ ਹੈਲਪ ਕਰਦੀ, ਰਾਈਟ, ਇੱਕ ਮੰਥ ਅਸੀਂ ਇੱਕ ਫੈਮਲੀ ਨੂੰ ਵੀ ਹੈਲਪ ਕਰਾਂਗੇ, that's successful for us too. ਬਿਲਕੁਲ ਜੀ, ਤੁਸੀਂ ਫੰਡ ਰੇਜ਼ਿੰਗ ਦੀ ਗੱਲ ਕਰੀ ਹੈ, ਜਿਹੜੀ ਫੰਡ ਰੇਜ਼ਿੰਗ ਹੈ ਉਹ ਕਿਸੇ ਐਨਜੀਓ ਦੇ ਥਰੂ ਜਾਏਗੀ ਜਾਂ ਹਾਊ ਇਟ ਵਿਲ ਵਰਕ? So honestly I'm working on it, but I think ਕਿ ਉਹ definitely ਕਿਸੇ ਜੋ ਵੀ NGO ਜੋ ਵੀ organization ਹੋਊਗੀ ਅਸੀਂ ਉਹਨੂੰ ਹੀ ਜਾਊਗੀ ਡੈਫੀਨਿਟਲੀ, ਉਹਦੇ ਚ ਸਾਡਾ ਅਸੀਂ ਕਿ ਵੀ ਉਸ ਪੈਸਾ ਅਸੀਂ ਆਪਣੇ ਲਈ ਇਕੱਠਾ ਕਰੇ ਕੁਝ ਕਰੇ, not at all, it should be for families who are suffering from that. ਬਿਲਕੁਲ ਜੀ। ਜਸ ਜੀ, ਦੂਸਰੇ ਪਾਸੇ ਸਾਡੇ ਜਿਹੜੇ ਵਿਊਅਰਸ ਨੇ, ਜਿਹੜੀਆਂ ਯੰਗਸਟਰ ਨੇ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਤੁਸੀਂ ਐਜ਼ ਏ ਵਰਕਿੰਗ ਵੂਮਨ ਐਂਡ ਮਦਰ ਵੀ ਹੋ, ਹੈ ਨਾ, ਵਾਈਫ ਵੀ ਹੋ, ਤੇ ਕਿਵੇਂ ਸਾਰਾ ਇਹ ਤੁਸੀਂ ਇੰਨਾ ਆਪਣੇ ਆਪ ਨੂੰ ਮੇਨਟੇਨ ਕਰਕੇ ਕਿਸ ਲੈਵਲ ਤੱਕ ਲੈ ਕੇ ਜਾ ਰਹੇ ਹੋ ਐਜ਼ ਏ ਮਿਸਿਸ ਕੈਨੇਡਾ ਜਿਹੜਾ ਰਿਪਰੈਜ਼ੈਂਟ ਕਰੋਗੇ, ਤੇ ਸਾਡੇ ਜਿਹੜੇ ਨਵੇਂ ਯੰਗਸਟਰਸ ਨੇ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ? ਦੀਪਕ ਜੀ, I would definitely say that ਕਿ ਕੋਈ ਵੀ ਚੀਜ਼ ਇਦਾਂ ਨਹੀਂ ਹੁੰਦੀ ਜਿਹੜੀ ਅਸੀਂ ਲਾਈਫ 'ਚ ਨਹੀਂ ਕਰ ਸਕਦੇ. ਫॉर all the youngsters, all the viewers who are watching me, I would definitely say ਕਿ ਤੁਸੀਂ ਆਪਣਾ ਟੈਲੈਂਟ ਅੱਗੇ ਲੈ ਕੇ ਆਓ. These pageants are not only ਕਿ ਅਸੀਂ participate ਕਰ ਲਿਆ, ਅਸੀਂ ਕੰਮ ਤੋਂ distract ਹੋ ਗਏ. I'm still working. I'm still going to my job. I'm still working at home, taking care of my kids and my family. But ਮੈਨੂੰ ਲੱਗਦਾ ਕਿ ਉਹਦੇ ਨਾਲ these pageants are basically to put your personality up, right? ਤੁਸੀਂ ਆਪਣਾ ਟੈਲੈਂਟ ਸ਼ੋਕੇਸ ਕਰ ਸਕਦੇ ਹੋ. ਤੁਸੀਂ ਇਹਨਾਂ ਚੀਜ਼ਾਂ 'ਚ ਪਾਰਟਿਸਿਪੇਟ ਕਰੋਗੇ, ਪ੍ਰੋਬੇਬਲੀ ਤੁਸੀਂ ਬਹੁਤ ਹੋਰ ਚੀਜ਼ਾਂ ਤੋਂ ਡਿਸਟਰੈਕਟ ਹੋ ਸਕਦੇ ਹੋ. ਮੇਬੀ ਜਿੰਨਾ ਹੁਣ ਸਾਡੀ ਕਮਿਊਨਿਟੀ ਦੇ ਵਿੱਚ ਚੱਲ ਰਿਹਾ ਮੈਂਟਲ ਹੈਲਥ, ਦਿਸ ਐਂਡ ਦੈਟ, ਉਹਨਾਂ ਚੀਜ਼ਾਂ ਤੋਂ ਵੀ ਤੁਸੀਂ ਬਹੁਤ ਡਿਸਟਰੈਕਟ ਹੋ ਸਕਦੇ ਹੋ ਕਿਉਂਕਿ ਸ਼ਾਇਦ ਤੁਹਾਡਾ ਧਿਆਨ ਕਿਸੇ ਚੰਗੇ ਪਾਸੇ ਲੱਗਿਆ ਹੋਇਆ. ਬਿਲਕੁਲ ਜੀ। ਸਮ ਟਾਈਮ ਸਾਨੂੰ ਜਿਹੜੀ ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਹੈ। ਡਿਊਰਿੰਗ ਤੁਸੀਂ ਜਦੋਂ ਇਹ ਚੂਜ਼ ਕਰਿਆ ਬਿਊਟੀ ਪੈਜੈਂਟ ਦੀ ਜਾਣ ਲਈ, ਤੁਹਾਡੇ ਵੱਲੋਂ ਤੁਹਾਡੇ ਹਸਬੈਂਡ ਦੀ ਜਾਂ ਤੁਹਾਡੀ ਫੈਮਿਲੀ ਦੀ ਕਿਵੇਂ ਦੀ ਸਪੋਰਟ ਰਹੀ? They are supporting me so well. They just love this ਕਿ ਮੈਂ ਇਸ 'ਚ ਪਾਰਟਿਸਿਪੇਟ ਕੀਤਾ, and my mother-in-law, my father-in-law, my parents, my husband, ਮੇਰੇ ਬੱਚੇ, my friends, and like everyone is so supportive, ਜਿਹੜੀ ਕਿ ਮੈਨੂੰ ਐਵੇਂ ਲੱਗਦਾ I am blessed ਕਿ I have such a good family. But ਬਹੁਤ ਅੱਛਾ ਮੈਨੂੰ ਰਿਸਪੌਂਸ ਮਿਲਿਆ. ਈਵਨ ਕਿ ਮੇਰੇ ਬਹੁਤ ਕਲਾਇੰਟਸ ਨੇ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਆ, ਲਾਈਕ ਮੈਨੂੰ ਬਹੁਤ, ਜਿਸ ਦਿਨ ਮੈਂ ਪਹਿਲੇ ਦਿਨ ਇਸ ਚੀਜ਼ ਨੂੰ ਰਿਵੀਲ ਕੀਤਾ, I was very scared ਕਿ ਪਤਾ ਨਹੀਂ ਲੋਕਾਂ ਦਾ ਕਿਵੇਂ ਦਾ ਰਿਸਪੌਂਸ ਆਊਗਾ, ਬਟ I just love that. ਬਿਲਕੁਲ ਜੀ, ਥੈਂਕ ਯੂ ਸੋ ਮਚ ਫॉर दैट. ਬਿਲਕੁਲ ਜੀ। ਸੋ ਇਹ ਸਨ ਨਾਲ ਜੁੜੇ ਹੋਏ ਅੱਜ ਜਸਵੰਤ ਕੌਰ ਜੀ, ਜਸ, ਜਿਹੜਾ ਕਿ ਐਡਮਿੰਟਨ ਤੋਂ ਟੋਰਾਂਟੋ ਦੇ ਵਿੱਚ ਮਿਸਿਸ ਕੈਨੇਡਾ ਜਿਹੜੀ ਆ ਉਹ ਰਿਪਰੈਜ਼ੈਂਟ ਕਰਨਗੇ। ਔਰ ਜਿਵੇਂ ਜਸ ਜੀ ਨੇ ਦੱਸਿਆ ਕਿ ਜਿਹੜਾ ਇਹ ਸਾਰਾ ਪ੍ਰੋਸੈਸ ਹੈ, ਜੋ ਇਹਨਾਂ ਦਾ ਇੱਕ ਮੈਸੇਜ ਹੈ ਯੰਗਸਟਰਸ ਨੂੰ ਜਾਂ ਸਾਡੇ ਦੇਖ ਰਹੇ ਜਿੰਨੇ ਵੀ ਵਿਊਅਰਸ ਨੇ, ਸਾਡੀਆਂ ਭੈਣਾਂ, ਰਾਈਟ, ਇਹ ਬਹੁਤ ਹੀ ਇੱਕ ਕਰੇਜ ਵਾਲਾ ਕੰਮ ਹੈ। ਔਰ ਸਾਨੂੰ ਹਮੇਸ਼ਾ ਜਿਹੜੀ ਫੈਮਿਲੀ ਦੀ ਸਪੋਰਟ ਲੈ ਕੇ ਜੇ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਤੇ ਇੱਕ ਬਹੁਤ ਹੀ ਅੱਛਾ ਕਾਜ਼ ਵੀ ਇਹਨਾਂ ਨੇ ਚੁਣਿਆ ਹੈ, ਜਿਹੜਾ ਕਿ ਮੈਂਟਲ ਹੈਲਥ ਨੂੰ ਲੈ ਕੇ, ਔਰ ਜਿਹੜਾ ਫੈਮਿਲੀ ਅਬਿਊਜ਼ ਹੁੰਦਾ ਹੈ ਸਾਡੇ ਪਰਿਵਾਰਾਂ ਦੇ ਵਿੱਚ, ਉਸ ਨੂੰ ਲੈ ਕੇ ਇੱਕ ਬਹੁਤ ਹੀ ਅੱਛਾ ਸੁਨੇਹਾ ਇਹਨਾਂ ਨੇ ਦਿੱਤਾ ਹੈ ਸਾਰਿਆਂ ਨੂੰ। ਔਰ ਦੂਜੇ ਪਾਸੇ ਇਹਨਾਂ ਦਾ 16 ਜੁਲਾਈ ਨੂੰ ਜਿਹੜਾ ਆ ਟੋਰਾਂਟੋ ਦੇ ਵਿੱਚ ਜਿਹੜਾ ਆ ਉਹ ਜਿਹੜਾ ਬਿਊਟੀ ਪੈਜੈਂਟ ਜਿਹੜਾ ਆ ਉਹ ਹੋਏਗਾ, ਤੇ ਸਾਰਿਆਂ ਨੂੰ ਅਸੀਂ ਇਹ ਆਸ ਕਰਦੇ ਹਾਂ ਕਿ ਜਿਹੜਾ ਇਸ ਕਾਜ਼ ਨੂੰ ਤੁਸੀਂ ਜ਼ਰੂਰ ਸਪੋਰਟ ਕਰੋ। ਔਰ ਬਿਊਟੀ ਪੈਜੈਂਟ ਜਿਹੜਾ ਆ ਉਹ ਤਾਂ ਜਸ ਜੀ ਦਾ ਆਪਣਾ ਜਿਹੜਾ ਆ ਰੋਲ ਆ, ਤੁਸੀਂ ਰਾਈਟ ਉਹ ਤੁਸੀਂ ਅਦਾ ਕਰੋਗੇ, ਰਾਈਟ। ਤੇ ਬਾਕੀ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਮੈਮ? ਸੋ ਇਹ ਜਿਹੜਾ ਬਿਊਟੀ ਪੈਜੈਂਟ ਹੋ ਰਿਹਾ, ਸੋ ਮਿਸਿਸ ਕੈਨੇਡਾ ਇਜ਼ ਵਨ ਆਫ ਦੀ ਓਲਡੈਸਟ ਆਰਗੇਨਾਈਜੇਸ਼ਨ ਇਨ ਦੀ ਵਰਲਡ। ਜਿਹੜੀ ਕਿ ਹੁਣ ਜਿਹੜੀ ਮਿਸਿਸ ਕੈਨੇਡਾ ਆ, ਇਟ ਇਜ਼ ਵਨ ਆਫ ਦੀ ਐਕਸਕਲੂਸਿਵ ਆਰਗੇਨਾਈਜੇਸ਼ਨ, ਐਂਡ ਇਟਸ ਗੋਇੰਗ ਟੂ ਬੀ actually accommodating with Mrs. Universe Limited too. So the national director for this is Annie Manjuran, and also कि ਜਿਹੜੀ ਇਹਦਾ best part ਮੈਨੂੰ ਇਹ ਲੱਗਦਾ Mrs. Canada pageant ਦਾ कि winners will compete in Mrs. Universe, which is a good opportunity for women to showcase their talent on like universe level, right? And on top of that, I would love to thank you few of my supporters and sponsors. I would love if any other people want to come forward and support me.
So I would love to thank definitely Deepak ji and also Khushbu ji, Angela Karwal, Anjana Babbar, and my whole this look today is from Highbrow Hair Studio, Santa Rita, and this dress is from Acula Luxury. And my evening gowns for the pageant are going to be sponsored from Sarah's Fashion Edmonton. And my photographers will be from photography by Abhinav Mahi Films. And if any other people want to come forward for that, I would love that. Thank you so much. ਥੈਂਕ ਯੂ ਜੀ। ਸੋ ਜਸ ਜੀ ਬਹੁਤ ਬਹੁਤ ਸ਼ੁਭ ਸ਼ਾਮਾਂ ਤੁਹਾਨੂੰ ਤੇ ਜਲਦੀ ਜਲਦੀ ਤੁਸੀਂ ਇਹ ਕਰਾਊਨ ਲੈ ਕੇ ਆਓ ਤੇ ਸਾਡੇ ਐਡਮਿੰਟੋਨੀਅਨਸ ਦਾ ਜਿਹੜਾ ਨਾਮ ਆ ਇੱਕ ਕੈਨੇਡਾ ਵਾਈਟ ਜਿਹੜਾ ਆ ਮਿਸਿਸ ਕੈਨੇਡਾ ਤੁਸੀਂ ਲੈ ਕੇ ਆਓ ਕਰਾਊਨ ਤੇ ਨਾਮ ਰੋਸ਼ਨ ਕਰੋ ਤੇ ਟਾਈਮਸ ਆਫ ਏਸ਼ੀਆ ਨਾਲ ਜੁੜਨ ਲਈ ਤੁਹਾਡਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ। Thank you so much. Thank you Deepak.